ਸਰ ਸਿਰਫ ਫਿਰ ਇੰਨਾ ਹੀ ਆ। ਹਾਂ, ਬੁੱਕ ਦੇ ਵਿੱਚ ਜਿਹੜਾ ਤੁਹਾਡੇ ਮਟੀਰੀਅਲ ਹੈ ਬੇਟਾ ਉਹ ਸਫੀਸ਼ੀਐਂਟ ਨਹੀਂ ਹੈ, ਤੇ ਇਸ ਕਰਕੇ ਤੁਸੀਂ ਇਹਨੂੰ ਥੋੜ੍ਹਾ ਜਿਹਾ ਸਮਝ ਲਓ ਕਿ ਜਿਹੜੇ 1937 ਈਸਵੀ ਦੇ ਇਲੈਕਸ਼ਨਸ ਦੀ ਅਸੀਂ ਗੱਲ ਕਰਨੀ ਹੈ, ਔਰ ਉਸ ਤੋਂ ਪਹਿਲਾਂ ਅਸੀਂ 1935 ਈਸਵੀ ਦੇ ਕਾਨੂੰਨ ਨੂੰ ਡਿਟੇਲ 'ਚ ਪੜ੍ਹ ਚੁੱਕੇ ਹਾਂ। ਤੇ ਹੁਣ ਹੋਇਆ ਕੀ ਹੈ ਬੇਸਿਕਲੀ ਕਿ ਇਹ ਜਿਹੜੇ 2 ਸਾਲ ਦੇ ਲਈ 1937 ਦੇ ਇਲੈਕਸ਼ਨਸ ਤੋਂ ਬਾਅਦ 2 ਸਾਲ ਦੀ ਸਰਕਾਰਾਂ ਵੀ ਬਣੀਆਂ, ਉਦੋਂ ਪਹਿਲਾਂ ਇੱਕ ਸਾਈਕੋਲੋਜੀਕਲ ਔਰ ਇੱਕ ਬੜੀ ਇਹ ਇੱਦਾਂ ਨਹੀਂ ਹੈਗਾ ਵੀ ਇੱਕਦਮ ਕਾਨੂੰਨ ਬਣ ਗਿਆ ਔਰ ਉਦੋਂ ਦੇ ਇਲੈਕਸ਼ਨ ਅਨਾਉਂਸ ਹੋ ਗਏ, ਲੋਕਾਂ ਨੇ ਇਲੈਕਸ਼ਨ 'ਚ ਪਾਰਟਿਸਿਪੇਟ ਕਰ ਲਿਆ ਤੇ ਇੱਕਦਮ ਸਰਕਾਰਾਂ ਬਣ ਗਈਆਂ। ਨੋਟ ਐਟ ਆਲ। ਤੁਹਾਨੂੰ ਹੈਰਾਨੀ ਹੋਗੀ ਕਿ ਕਾਂਗਰਸ ਦੇ ਅੰਦਰ ਇੱਕ ਬਹੁਤ ਵੱਡੀ ਡਿਸਕਸ਼ਨ ਹੁੰਦੀ ਹੈ ਇਹਦੇ ਉੱਤੇ। ਜਦੋਂ ਅਸੀਂ ਫਸਟ ਰਾਊਂਡ ਟੇਬਲ ਕਾਨਫਰੰਸ ਪੜ੍ਹੀ, ਸਿੱਟਾ ਨਹੀਂ ਨਿਕਲਿਆ। ਅਸੀਂ ਪੜ੍ਹਿਆ ਕਿ ਸੈਕੰਡ ਰਾਊਂਡ ਟੇਬਲ ਕਾਨਫਰੰਸ ਹੋਈ, ਔਰ ਉਸ ਤੋਂ ਪਹਿਲਾਂ ਅਸੀਂ ਪੜ੍ਹਿਆ ਗਾਂਧੀ ਇਰਵਿਨ ਪੈਕਟ ਹੋਇਆ, ਗਾਂਧੀ ਇਰਵਿਨ ਸਮਝੌਤਾ ਹੋਇਆ। ਉਹ ਗਾਂਧੀ ਇਰਵਿਨ ਪੈਕਟ ਤੋਂ ਬਾਅਦ ਸੈਕੰਡ ਰਾਊਂਡ ਟੇਬਲ ਤੋਂ ਬਾਅਦ ਵੀ ਕੋਈ ਸਿੱਟੇ ਨਹੀਂ ਨਿਕਲ ਰਹੇ ਠੋਸ। ਦੁਆਰਾ ਸਿਵਲ ਡਿਸਓਬੀਡੀਐਂਸ ਮੂਵਮੈਂਟ ਲਾਂਚ ਹੋ ਗਈ, ਫੇਰ ਕੋਈ ਹੱਲ ਨਹੀਂ ਨਿਕਲ ਰਿਹਾ। ਤੇ ਕਾਂਗਰਸ ਦੇ ਅੰਦਰ 2 ਵਿਚਾਰਧਾਰਾਵਾਂ ਹੋ ਗਈਆਂ ਵੀ ਇੱਦਾਂ ਆਪਾਂ ਕਿੰਨੀ ਦੇਰ ਐਜੀਟੇਸ਼ਨ 'ਚ ਚੱਲੀ ਜਾਵਾਂਗੇ, ਕਿੰਨੀ ਦੇਰ ਅਸੀਂ ਹੜਤਾਲਾਂ ਦੇ ਵਿੱਚ ਰਵਾਂਗੇ, ਤੇ ਕਿਉਂ ਨਹੀਂ ਅਸੀਂ ਜਿਹੜਾ ਹੈਗਾ ਆਪਣਾ ਕੋਈ ਐਸਾ ਤਰੀਕਾ ਲੱਭੀਏ ਕਿ ਅਸੀਂ ਸਰਕਾਰ ਦਾ ਹਿੱਸਾ ਬਣ ਕੇ ਸਰਕਾਰ ਤੋਂ ਚੀਜ਼ਾਂ ਲਾਗੂ ਕਰਾਈਏ। ਦਿਸ ਆਲ ਥਿੰਗਸ ਸਟਾਰਟਡ ਡਿਸਕਸ਼ਨ, ਔਰ ਉਹਨਾਂ ਵਿੱਚੋਂ ਕਈਆਂ ਦੀ ਰਾਏ ਆਈ ਵੀ ਆਪਾਂ ਜਿਹੜੀ ਸਵਰਾਜਿਸਟ ਪਾਰਟੀ ਹੈ ਉਹਨੂੰ ਦੁਬਾਰਾ ਤੋਂ ਰਿਵਾਈਵ ਕਰੋ, ਕਿਉਂਕਿ ਸਵਰਾਜਿਸਟ ਪਾਰਟੀ ਨੇ ਉਦੋਂ ਕਾਂਗਰਸ ਤੋਂ ਅਲੱਗ ਹੋ ਕੇ ਇਲੈਕਸ਼ਨਸ ਲੜੇ ਸੀ ਔਰ ਸਰਕਾਰਾਂ ਦੇ ਵਿੱਚ ਗਏ ਸੀ। ਤੋ ਇਹ ਸਾਰੀ ਬੇਟਾ ਚੀਜ਼ ਜਿਹੜੀ ਹੈ ਉਹ ਡਿਸਕਸ਼ਨ ਸਟਾਰਟ ਹੋਈ ਵੀ ਸਾਨੂੰ ਐਜੀਟੇਸ਼ਨ ਵਾਲਾ ਤਰੀਕਾ ਛੱਡ ਕੇ ਸੰਵਿਧਾਨਿਕ ਤਰੀਕਿਆਂ ਦੇ ਨਾਲ ਸਰਕਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਨਫਰੰਟੇਸ਼ਨ ਛੱਡ ਦੇਣੀ ਚਾਹੀਦੀ ਹੈ। ਤੋ ਇੱਕ ਆਈਡੀਓਲੋਜੀ ਇਹ ਨਿਕਲ ਕੇ ਸਾਹਮਣੇ ਆਈ, ਔਰ ਜਦੋਂ ਵੀ ਇਹ ਕਾਂਗਰਸ ਦਾ ਸੈਸ਼ਨ ਹੁੰਦਾ ਸੀਗਾ ਉਹਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੀ ਲਗਾਤਾਰ ਡਿਬੇਟ ਹੁੰਦੀ ਸੀ ਕਿ ਅੰਗਰੇਜ਼ਾਂ ਦੇ ਨਾਲ ਲੜਨਾ ਕਿੱਦਾਂ, ਅੰਗਰੇਜ਼ ਸਮਰਾਜਵਾਦ ਦਾ ਅਸੀਂ ਮੁਕਾਬਲਾ ਕਿੱਦਾਂ ਕਰਨਾ। ਇਹ ਸਾਰੀਆਂ ਡਿਸਕਸ਼ਨਸ ਜਦੋਂ ਚੱਲ ਰਹੀਆਂ ਸੀ ਤਾਂ ਕੁਝ ਬੰਦਿਆਂ ਦੇ ਮੈਂ ਨਾਮ ਲੈਣ ਤੋਂ ਪਹਿਲਾਂ ਇੱਕ ਚੀਜ਼ ਤੁਹਾਨੂੰ ਹੋਰ ਥੋੜੀ ਜਿਹੀ ਕਲੀਅਰ ਕਰ ਦਿਆਂ ਕਿ ਜਿਹੜਾ ਤੁਹਾਡਾ ਅਗਲਾ ਟੌਪਿਕ ਵੀ ਹੈਗਾ ਰਾਈਜ਼ ਆਫ ਲੈਫਟ ਵਿੰਗ ਵਿਦ ਇਨ ਕਾਂਗਰਸ। ਲੈਫਟ ਵਿੰਗ ਦਾ ਮਤਲਬ ਕਮਿਊਨਿਸਟ ਆਈਡੀਓਲੋਜੀ, ਸੋਸ਼ਲਿਸਟ ਆਈਡੀਓਲੋਜੀ, ਸਮਾਜਵਾਦ ਦੀ ਗੱਲ। ਉਸ ਦੇ ਜਿਹੜੇ ਪੈਰੋਕਾਰ ਕੌਣ ਸਨ? ਪੰਡਿਤ ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੋਸ। ਹਾਲਾਂਕਿ ਦੋਨਾਂ 'ਚ ਵੀ ਫਰਕ ਸੀਗਾ। ਸੁਭਾਸ਼ ਚੰਦਰ ਬੋਸ ਕਹਿੰਦੇ ਸੀਗੇ ਕਿ ਆਰਮਡ ਰੈਵੋਲੂਸ਼ਨ ਹੋਣੀ ਚਾਹੀਦੀ ਹੈ, ਪੰਡਿਤ ਜਵਾਹਰ ਲਾਲ ਨਹਿਰੂ ਜਿਹੜੇ ਸੀਗੇ ਉਹ ਕਹਿੰਦੇ ਸੀਗੇ ਕਿ ਕਨਸਟੀਟਿਊਸ਼ਨਲ ਮੀਨਸ ਦੇ ਨਾਲ, ਲੇਕਿਨ ਦੋਨੋਂ ਹੀ ਸਮਾਜਵਾਦ ਦੇ ਹੱਕ ਦੇ ਵਿੱਚ ਸੀ। ਤਾਂ ਉਹਨੇ ਵੀ ਇੱਕ ਪ੍ਰੈਸ਼ਰ ਪਾਇਆ ਕਿ ਵੀ ਸ਼ੁੱਡ ਫਾਈਟ ਵਿਦ ਦ ਬ੍ਰਿਟਿਸ਼ਰਸ ਇਨ ਅ ਡਿਫਰੈਂਟ ਵੇ। ਇਹ ਜਿਹੜਾ ਪੁਰਾਣਾ ਤੌਰ ਤਰੀਕਾ ਉਹ ਸਾਨੂੰ ਛੱਡਣਾ ਚਾਹੀਦਾ ਹੈਗਾ। ਔਰ ਉਸੇ ਦ੍ਰਿਸ਼ਟੀਕੋਣ 'ਚ ਕੀ ਹੋਇਆ, ਡਾਕਟਰ ਐਮ ਏ ਅੰਸਾਰੀ ਉਹ ਕਹਿੰਦੇ ਸਾਨੂੰ ਅਸੈਂਬਲੀਆਂ ਦੇ ਵਿੱਚ ਐਂਟਰ ਕਰਨਾ ਚਾਹੀਦਾ। 1933 ਦੇ ਵਿੱਚ ਸੱਤਿਆ ਮੂਰਤੀ ਨੇ ਮਦਰਾਸ ਸਵਰਾਜ ਪਾਰਟੀ ਬਣਾ ਲਈ। ਈਵਨ ਕੇ ਐਮ ਮੁੰਸ਼ੀ, ਬੀ ਸੀ ਰਾਏ, ਰਾਮਾਸਵਾਮੀ ਆਇਨਗਰ, ਉਹਨਾਂ ਨੇ ਵੀ ਗਾਂਧੀ ਜੀ ਨੂੰ ਰਿਕੁਐਸਟ ਕੀਤੀ ਵੀ ਸਾਨੂੰ ਤੁਸੀਂ ਇਹ ਸਵਰਾਜਿਸਟ ਪਾਰਟੀ ਬਣਾਉਣ ਦੀ ਦੁਆਰਾ ਤੋਂ ਆਗਿਆ ਦਿਓ। ਔਰ ਇੱਕ ਹੋਰ ਬੜਾ ਇੰਟਰਸਟਿੰਗ ਪਹਿਲੂ ਮੈਂ ਤੁਹਾਨੂੰ ਦੱਸੂਗਾ। ਤੇ ਗਾਂਧੀ ਜੀ ਨੇ ਉਹਨਾਂ ਨੂੰ ਜਵਾਬ ਦਿੱਤਾ ਵੀ ਜੇ ਤੁਹਾਡਾ ਮਨ ਕਰਦਾ ਔਰ ਤੁਸੀਂ ਮਹਿਸੂਸ ਕਰਦੇ ਹੋ ਵੀ ਇਹ ਤਰੀਕਾ ਠੀਕ ਹੈ, ਦੈਨ ਯੂ ਆਰ ਫਰੀ ਟੂ ਡੂ, ਤਾਂ ਤੁਸੀਂ ਇਸ ਨੂੰ ਕਰਨ ਦੇ ਲਈ ਆਜ਼ਾਦ। ਪਰ ਆਪ ਨਹੀਂ ਬਣਾਈ ਗਾਂਧੀ ਜੀ। ਔਰ ਇੱਕ ਗੱਲ ਧਿਆਨ 'ਚ ਰੱਖਣੀ, ਉਸ ਤੋਂ ਬਾਅਦ ਬੇਟਾ ਡਿਫਰੈਂਟ ਕਾਉਂਸਲਸ ਦੇ ਵਿੱਚ ਜਿਵੇਂ ਆਚਾਰਿਆ ਨਰਿੰਦਰ ਦੇਵ ਹੋ ਗਏ, ਪੁਰਸ਼ੋਤਮ ਦਾਸ ਟੰਡਨ ਹੋ ਗਏ, ਉਹ ਹਾਲਾਂਕਿ ਕੁਝ ਕਾਂਗਰਸਮੈਨ ਐਸੇ ਸੀਗੇ ਜਿਹੜੇ ਇਸ ਗੱਲ ਨੂੰ ਅਪੋਜ਼ ਵੀ ਕਰਦੇ ਰਹੇ। ਤੋ ਇੱਥੋਂ ਇੱਕ ਗੱਲ ਬੜੀ ਸਾਬਤ ਤੌਰ ਦੇ ਉੱਤੇ ਸਾਹਮਣੇ ਆਉਂਦੀ ਹੈ ਕਿ ਕਾਂਗਰਸ ਦੇ ਵਿੱਚ ਇਹਨਾਂ ਗੱਲਾਂ ਦੇ ਪ੍ਰਤੀ ਉਸ ਸਮੇਂ ਤੱਕ ਆਮ ਰਾਏ ਸੇਮ ਨਹੀਂ ਸੀ। ਹਰ ਬੰਦਾ ਅਲੱਗ-ਅਲੱਗ ਰਾਏ ਨੂੰ ਮਤਲਬ ਕਿ 2 ਡਿਫਰੈਂਟ ਰਾਏ ਚੱਲ ਰਹੀਆਂ ਸੀਗੀਆਂ, ਪਰ ਦੋਨੋਂ ਰਾਏ 'ਚ ਬੇਟਾ ਜਿਹੜੀ ਇੰਟਰਸਟਿੰਗ ਗੱਲ ਕੀ ਹੈ ਕਿ ਦੋਨੋਂ ਚਾਹੁੰਦੇ ਸੀ ਕਿ ਸਾਡੀ ਰਾਏ ਨੂੰ ਮਨਜ਼ੂਰੀ ਮਹਾਤਮਾ ਗਾਂਧੀ ਦੀ, ਚਾਹੇ ਰਾਏ ਡਿਫਰੈਂਟ ਸੀ, but they wanted that the Mahatma Gandhi should give an approval। ਤੇ ਅਖੀਰ 'ਚ ਮਹਾਤਮਾ ਗਾਂਧੀ ਨੇ ਕਿਹਾ ਕਿ I want all sections to work in all directions। ਉਹ ਕਹਿੰਦੇ ਮੈਂ ਕਿਸੇ ਨੂੰ ਨਹੀਂ ਰੋਕਦਾ, ਜਿਹੜਾ ਜਿਸ ਵੀ ਢੰਗ ਦੇ ਨਾਲ ਕੰਮ ਕਰਨਾ ਚਾਹੁੰਦਾ ਉਸ ਢੰਗ ਦੇ ਨਾਲ ਕਰੇ। ਜੇ ਕੋਈ ਸਵਰਾਜਿਸਟ ਪਾਰਟੀ ਬਣਾਉਣਾ ਚਾਹੁੰਦਾ ਬਣਾਏ,
ਜੇ ਕੋਈ ਨਹੀਂ ਬਣਾਉਣਾ ਚਾਹੁੰਦਾ ਔਰ ਇਸ ਢੰਗ ਦੇ ਨਾਲ ਹੀ ਕੰਮ ਕਰਨਾ ਚਾਹੁੰਦਾ ਤਾਂ ਉਹਦੇ ਨਾਲ ਕਰੇ। ਪਰ ਇੱਕ ਗੱਲ ਦਾ ਕਹਿੰਦੇ ਧਿਆਨ ਰੱਖਿਓ ਕਿ ਯੂ ਵਿਲ ਨਾਟ ਕ੍ਰਿਟਿਸਾਈਜ਼ ਈਚ ਅਦਰ। ਆਪਸ 'ਚ ਨਹੀਂ ਲੜੋਗੇ, ਕਿਉਂਕਿ ਤੁਹਾਡੀ ਲੜਾਈ ਸਾਮਰਾਜਵਾਦ ਦੇ ਖਿਲਾਫ ਹੈ, ਅੰਗਰੇਜ਼ਾਂ ਦੇ ਖਿਲਾਫ ਹੈ, ਹਿੰਦੁਸਤਾਨ ਸਵਰਾਜ ਲਿਆਉਣ ਦੇ ਹੱਕ ਦੇ ਵਿੱਚ ਹੈ। ਇਸ ਕਰਕੇ ਤੁਹਾਡਾ ਟਾਰਗੇਟ ਹੋ ਰਹਿਣਾ ਚਾਹੀਦਾ ਹੈ। ਇਹ ਨਾ ਕਿ ਜੋ ਵੀ ਮੇਰਾ ਤਰੀਕਾ ਇਹ ਹੈ ਤੇ ਤੁਸੀਂ ਸਾਰੇ ਗਲਤ ਹੋ ਗਏ ਤੇ ਤੁਸੀਂ ਮੇਰਾ ਸਾਥ ਨਹੀਂ ਦੇ ਰਹੇ, ਇਸ ਕਰਕੇ ਤੁਸੀਂ ਐਂਟੀ ਇੰਡੀਆ ਹੋ ਗਏ ਜਾਂ ਐਂਟੀ ਕਾਂਗਰਸ ਹੋ ਗਏ ਜਾਂ ਐਂਟੀ ਸਵਰਾਜਿਸਟ। ਉਹ ਕਹਿੰਦੇ ਮੈਂ ਕਿਸੇ ਨੂੰ ਨਹੀਂ ਰੋਕਦਾ, ਜਿਹੜਾ ਤਰੀਕਾ ਠੀਕ ਲੱਗਦਾ ਕਰੋ, ਬਟ ਯੂ ਵਿਲ ਨਾਟ ਕ੍ਰਿਟਿਸਾਈਜ਼ ਵਨ ਅਨਦਰ। ਇੱਕ ਦੂਜੇ ਦੀ ਆਲੋਚਨਾ ਨਹੀਂ ਕਰੋਗੇ। तो इस तरीके ਦੇ ਨਾਲ ਇੱਕ ਹੱਲਾਸ਼ੇਰੀ ਮਿਲੀ ਔਰ ਉਸ ਤੋਂ ਬਾਅਦ ਬੇਟਾ ਅਸੀਂ ਦੇਖਦੇ ਹਾਂ ਕਿ ਸੀ ਰਾਜਗੋਪਾਲਚਾਰਿਆ ਵਗੈਰਾ ਨੇ ਇਹ ਕਿਹਾ ਵੀ ਜਿਹੜੀ ਸਵਰਾਜਿਸਟ ਪਾਰਟੀ ਹੈ ਉਹਨੂੰ ਐਂਟਰ ਕਰਨਾ ਚਾਹੀਦਾ। ਪਰ ਉਰੇ ਇੱਕ ਹੋਰ ਫਰਕ ਵੀ ਯਾਦ ਰੱਖਣਾ ਸੀ ਕਿ ਜਿਹੜੀ ਸਵਰਾਜਿਸਟ ਪਾਰਟੀ ਬਣੀ ਸੀ ਤੇ ਉਹ ਕਹਿੰਦੇ ਵੀ ਜਿਹੜੀ ਸਾਡੀ ਹੁਣ ਐਂਟਰੀ ਹੋਏਗੀ ਉਹਦੇ 'ਚ ਦੋ ਫਰਕ ਹੋਣਗੇ। ਸਵਰਾਜਿਸਟ ਪਾਰਟੀ ਜਦੋਂ ਬਣੀ ਤਾਂ ਉਹਨੇ ਸੈਂਟਰ ਦੇ ਸਰਕਾਰਾਂ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦੀ ਵਰਕਿੰਗ ਦੇ ਵਿੱਚ ਵਿਘਨ ਪਾਇਆ। ਉਹ ਕਹਿੰਦੇ ਅਸੀਂ ਵਿਘਨ ਨਹੀਂ ਪਾਣਾ, ਅਸੀਂ ਉਹਨੂੰ ਚਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਬਣਨ ਉਹਦੇ 'ਚ ਸਾਡੀ ਮੈਜੋਰਿਟੀ ਹੋਵੇ ਤੇ ਜੇ ਮੈਜੋਰਿਟੀ ਹੋਏ ਤਾਂ ਹੀ ਅਸੀਂ ਆਪਣੀਆਂ ਗੱਲਾਂ ਨੂੰ ਲਾਗੂ ਕਰਵਾ ਪਾਵਾਂਗੇ। ਇਹ ਬੇਟਾ ਉਹਦੀ ਬੈਕਗਰਾਉਂਡ ਬਣ। ਇਸ ਕਰਕੇ ਉਹ ਕਹਿੰਦੇ ਨੇ ਕਿ ਇਲੈਕਸ਼ਨਸ ਵਾਲੇ ਪਾਸੇ ਸਾਨੂੰ ਜਾਣਾ ਚਾਹੀਦਾ। ਇਸ ਸੰਬੰਧ ਵਿੱਚ ਇੱਕ ਹੋਰ ਨਵੀਂ ਡਿਵੈਲਪਮੈਂਟ ਹੁੰਦੀ ਹੈ। ਲਖਨਊ ਦੇ ਵਿੱਚ 1936 ਚ ਜਿਹੜੀ ਕਾਨਫਰੰਸ ਹੋਈ ਉਹਦੇ 'ਚ ਫੈਸਲਾ ਕੀਤਾ ਗਿਆ ਕਿ ਜਿਹੜੀਆਂ ਪ੍ਰਾਂਤੀय ਕੌਂਸਲਾਂ ਹੋਣਗੀਆਂ ਉਹਨਾਂ ਦੇ ਇਲੈਕਸ਼ਨਾਂ 'ਚ ਅਸੀਂ ਪਾਰਟਿਸਿਪੇਟ ਕਰਾਂਗੇ। ਲਖਨਊ ਸੈਸ਼ਨ ਆਫ 1936। ਇਹਦੇ 'ਚ ਇੱਕ ਚੀਜ਼ ਹੋਰ ਬੇਟਾ ਧਿਆਨ 'ਚ ਰੱਖਣੀ, ਤੁਹਾਨੂੰ ਇਹ ਜਾਣਕਾਰੀ ਨਹੀਂ ਦੱਸ ਰਿਹਾ ਕਿ ਸਿੱਧਾ ਰੋਲ ਇਹਦਾ ਨਹੀਂ ਸੀ। ਉਸ ਤੋਂ 2 ਸਾਲ ਪਹਿਲਾਂ 1934 ਦੇ ਵਿੱਚ ਮਹਾਤਮਾ ਗਾਂਧੀ ਨੇ ਕਾਂਗਰਸ ਦੀ ਮੈਂਬਰਸ਼ਿਪ ਛੱਡ ਦਿੱਤੀ ਸੀਗੀ, ਕਿਉਂਕਿ ਉਸ ਵੇਲੇ ਫੀਸ ਹੁੰਦੀ ਸੀ 4 ਆਨਾ ਤੇ ਉਹ ਕਹਿੰਦੇ ਮੈਂ ਨਹੀਂ ਦੇਣੀ, ਜਾਣੀ ਮੈਂ ਮੈਂਬਰਸ਼ਿਪ ਨਹੀਂ ਲੈਣੀ। ਪਰ ਫਿਰ ਵੀ ਜਿੰਨੇ ਕਾਂਗਰਸਮੈਨ ਸੀ ਉਹ ਉਹਨਾਂ ਦੀ ਸਲਾਹ ਤੋਂ ਬਿਨਾਂ ਨਹੀਂ ਸੀ ਚੱਲਦੇ, ਯਾਨੀ ਇਨਫਲੂਐਂਸ ਉਹਨਾਂ ਦਾ ਉਦਾਂ ਹੀ ਸੀਗਾ ਚਾਹੇ ਮੈਂਬਰ ਸੀਗੇ ਜਾਂ ਨਹੀਂ ਸੀ। ਉਸ ਤੋਂ ਬਾਅਦ ਬੇਟਾ ਜਿਹੜੀਆਂ ਲੋਕਲ ਬੋਡੀਜ਼ ਨੇ, ਸਥਾਨਕ ਨਿਕਾਮਾਂ ਨੇ, ਉਹਨਾਂ ਦੇ ਇਲੈਕਸ਼ਨਸ ਹੁੰਦੇ ਆ ਔਰ ਉਹਨਾਂ ਇਲੈਕਸ਼ਨਸ ਦਾ ਇੱਕ ਬਹੁਤ ਵੱਡਾ ਮਹੱਤਵ ਬਣ ਕੇ ਆਉਂਦਾ। ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਇਹਨਾਂ ਲੋਕਲ ਇਲੈਕਸ਼ਨਾਂ 'ਚ ਪਾਰਟਿਸਿਪੇਟ ਕਰਾਂਗੇ। ਉਹ ਕਹਿੰਦੇ ਵੀ ਕਿਉਂ ਕਰੋਗੇ? ਤਾਂ ਉਹਨਾਂ ਨੇ ਜਵਾਬ ਦਿੱਤਾ, ਉਹਨਾਂ ਦਾ ਇਹ ਸੀਗੇ 3 ਪੁਆਇੰਟ ਨੇ ਇਹਦੇ 'ਚ। ਨੰਬਰ 1, ਕਾਂਗਰਸ ਨੂੰ ਇਹ ਲੱਗਿਆ ਕਿ ਅਸੀਂ ਆਪਣੀ ਪਪੂਲੈਰਿਟੀ ਨੂੰ ਟੈਸਟ ਕਰ ਸਕਾਂਗੇ ਵੀ ਸਾਨੂੰ ਲੋਕ ਕਿੰਨਾ ਕੁ ਪਸੰਦ ਕਰਦੇ ਆ। ਦੂਸਰਾ, ਉਹ ਕਹਿੰਦੇ ਸਾਨੂੰ ਇਸ ਗੱਲ ਦਾ ਤਜਰਬਾ ਮਿਲੂਗਾ ਵੀ ਜਦੋਂ ਵੀ ਅਸੀਂ ਚੋਣਾਂ ਵੱਡੀਆਂ ਲੜਨੀਆਂ ਹੋਣਗੀਆਂ ਉਹਦੀ ਪਲੈਨਿੰਗ ਕਿੱਦਾਂ ਕਰਨੀ ਹੈ, ਸੰਗਠਨ ਕਿੱਦਾਂ ਬਣਾਉਣਾ, ਜਿਵੇਂ ਅਸੀਂ ਕਹਿੰਦੇ ਨਾ ਬੂਥਾਂ ਤੇ ਸਾਡੇ ਬੰਦੇ ਕਿੱਦਾਂ ਹੋਣਗੇ, ਕੰਪੇਨ ਕਿੱਦਾਂ ਕਰਨੀ ਹੈ, ਯਾਨੀ ਪੂਰੇ ਚੋਣ ਪ੍ਰਣਾਲੀ ਨੂੰ ਮੈਨੇਜ ਕਿੱਦਾਂ ਕਰਨਾ ਹੈ, ਉਹਦਾ ਤਜਰਬਾ ਸਾਨੂੰ ਇਹਦੇ ਵਿੱਚੋਂ ਹੋਏਗਾ। ਔਰ ਤੀਜਾ, ਇਸ ਚੋਣਾਂ ਨੂੰ ਲੜਦੇ ਹੋਏ ਜੋ ਸਾਨੂੰ ਪੈਸੇ ਚਾਹੀਦੇ ਆ, ਜਿਹੜੇ ਬੰਦੇ ਸਾਨੂੰ ਕਹਿੰਦੇ ਅਸੀਂ ਤੁਹਾਨੂੰ ਪੈਸਾ ਦੇਵਾਂਗੇ, ਕਿ ਉਹ ਵਾਕਈ ਸਾਨੂੰ ਲੋੜ ਪੈਣ ਤੇ ਪੈਸਾ ਦਿੰਦੇ ਆ ਜਾਂ ਨਹੀਂ ਦਿੰਦੇ, ਇਸ ਗੱਲ ਦਾ ਇਮਤਿਹਾਨ ਹੋ ਜਾਏਗਾ। तो ये इलैक्शनां होईयां और बड़े चंगे सिट्टे कांग्रेस लिए निकले। मदुराई दे विच बेटा कांग्रेस ने 36 विचों 21 सीटां जित्तियां म्यूनसिपैलिटी च अक्तूबर 1935 और मद्रास दे विच 1 साल बाद 40 चों 27 सीटां जित लईयां। ये कुछ आंकड़े तुसीं थोड़े जिहे नोट कर लो, उहदे नाल तुहानूं फायदा रहेगा। नैशनल लैवल दे उत्ते 76 सीटां कंटैसट कीतियां गईयां। ਉਹਦੇ ਚੋਂ 55 ਕਾਂਗਰਸ ਨੇ ਜਿੱਤੀਆਂ, ਜਾਨੀ 55 ਸੀਟਾਂ ਤੇ ਕਾਂਗਰਸ ਦੇ ਕੈਂਡੀਡੇਟ ਇਲੈਕਸ਼ਨ ਲੜੇ ਔਰ 44 ਦੇ ਉੱਤੇ ਉਹਨਾਂ ਨੂੰ ਜਿੱਤ ਪ੍ਰਾਪਤ।
ਟੋਟਲ 6,50,000 ਵੋਟਾਂ ਚੋਂ ਕਾਂਗਰਸ ਦੇ ਕੈਂਡੀਡੇਟਾਂ ਨੂੰ 3,75,000 ਵੋਟਾਂ ਮਿਲੀਆਂ। ਔਰ ਜਿਹੜੀ ਮਦਰਾਸ ਦੀ ਜਸਟਿਸ ਪਾਰਟੀ ਸੀ ਉਹ ਪੂਰੀ ਤਰ੍ਹਾਂ ਵਾਈਪ ਆਊਟ ਕੀਤੀ ਗਈ। तो इस तरीके दे नाल इन्हां इलैक्शंस तो एक माहौल बनना शुरू हो गया कि नाउ वी शुड पार्टिसिपेट इन द नैक्सट इलैक्शंस ਜਿਹੜੇ 1935 ਦੇ ਕਾਨੂੰਨ ਤੋਂ ਬਾਅਦ 1937 ਦੇ ਵਿੱਚ ਹੁੰਦੇ। ਤੇ ਜਿੱਦਾਂ ਬੇਟਾ ਤੁਸੀਂ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਚੋਣਾਂ ਹੁੰਦੀਆਂ ਹੈ ਤਾਂ ਹਰ ਪਾਰਟੀ ਇੱਕ ਆਪਣਾ ਚੋਣ ਪੱਤਰ ਜਾਰੀ ਕਰਦੀ ਹੈ, ਇਲੈਕਸ਼ਨ ਮੈਨੀਫੈਸਟੋ, ਜਿਹਦੇ 'ਚ ਵਾਅਦੇ ਕਰਦੀ ਹੈ ਕਿ ਅਸੀਂ ਆਹ ਕਰਾਂਗੇ ਆਹ ਕਰਾਂਗੇ ਆਹ ਕਰਾਂਗੇ। ਉਸ ਵੇਲੇ ਕਾਂਗਰਸ ਨੇ ਵੀ ਆਪਣਾ ਇਲੈਕਸ਼ਨ ਮੈਨੀਫੈਸਟੋ ਜਾਰੀ ਕੀਤਾ। ਉਹਦੇ 3-4 ਪੁਆਇੰਟਸ ਬੜੇ ਇੰਪੋਰਟੈਂਟ ਆ, ਨੋਟ ਕਰਨਾ। ਠੀਕ ਹੈ। ਨੰਬਰ 1 ਬੇਟਾ ਕਿ ਅਸੀਂ ਅੰਗਰੇਜ਼ਾਂ ਨਾਲ ਸਹਿਯੋਗ ਨਹੀਂ ਕਰਾਂਗੇ ਤੇ ਅੰਗਰੇਜ਼ ਸਾਮਰਾਜਵਾਦ ਦਾ ਹਰ ਤਰੀਕੇ ਦੇ ਨਾਲ ਵਿਰੋਧ ਕੀਤਾ ਜਾਏਗਾ, ਜਿਹਦੇ ਨਾਲ ਉਹ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੇ ਨੇ ਹਿੰਦੁਸਤਾਨ 'ਚ। ਮਜ਼ਦੂਰਾਂ, ਨੰਬਰ 2, ਮਜ਼ਦੂਰਾਂ, ਕਿਸਾਨਾਂ ਤੇ ਕਾਰੀਗਰਾਂ ਦੀ ਗਰੀਬੀ ਨੂੰ ਪ੍ਰਮੁੱਖ ਮੁੱਦਾ ਬਣਾਇਆ ਜਾਏਗਾ ਤਾਂ ਕਿ ਉਹਨਾਂ ਦਾ ਹੋ ਰਿਹਾ ਸ਼ੋਸ਼ਣ ਬੰਦ ਕੀਤਾ ਜਾ ਸਕੇ। ਤੇ ਜਿੰਨੇ ਵੀ ਕਾਨੂੰਨ ਔਰ ਆਰਡੀਨੈਂਸਿਸ ਹਿੰਦੁਸਤਾਨੀ ਲੋਕਾਂ ਦੇ ਵਿਰੁੱਧ ਜਾਰੀ ਕੀਤੇ ਗਏ ਨੇ, ਉਹਨਾਂ ਨੂੰ ਜਾਂ ਤਾਂ ਰੁਕਵਾਇਆ ਜਾਏ ਜਾਂ ਉਹਨਾਂ ਨੂੰ ਵਾਪਸ ਕਰਵਾਇਆ ਜਾਏ। ਕਿਸਾਨਾਂ ਨਾਲ ਹੋ ਰਹੇ ਗਲਤ ਕੰਮ ਵਾਪਸ ਕਰਵਾਏ ਜਾਣਗੇ, ਰਾਜਨੀਤਿਕ ਕੈਦੀਆਂ ਨੂੰ ਰਿਹਾ ਕਰਵਾਇਆ ਜਾਏਗਾ ਔਰ ਨਾਗਰਿਕ ਸੁਤੰਤਰਤਾ ਦੀ ਗੱਲ ਕੀਤੀ ਜਾਏਗੀ। ਆਮ ਵਿਅਕਤੀਆਂ ਦਾ ਪੱਧਰ ਉੱਚਾ ਚੱਕਣ ਦੀ ਗੱਲ ਕੀਤੀ ਜਾਏਗੀ। ਕਿੰਨੇ ਘੰਟੇ ਕੰਮ ਕਰਨਾ ਇਹ ਨਿਸ਼ਚਿਤ ਕੀਤਾ ਜਾਏਗਾ। ਔਰ ਵੱਧ ਜਦੋਂ ਉਮਰ ਹੋ ਜਾਂਦੀ ਹੈ, 올ਡ ਏਜ ਦੇ ਵਿੱਚ ਉਹਨਾਂ ਦੀ ਸੁਰੱਖਿਆ ਯਾਨੀ ਆਰਥਿਕ ਸੁਰੱਖਿਆ ਦਾ ਕੀ ਪ੍ਰਬੰਧ ਕੀਤਾ ਜਾਏ, ਉਹਦੀ ਗੱਲ ਕੀਤੀ ਜਾਏਗੀ। ਅਛੂਤ ਪ੍ਰਣਾਲੀ ਖਤਮ ਕੀਤੀ ਜਾਏਗੀ। ਔਰਤਾਂ ਨੂੰ ਬਰਾਬਰੀ ਦਾ ਹੱਕ ਦਿੱਤਾ ਜਾਏਗਾ। ਖਾਦੀ ਨੂੰ ਪ੍ਰਮੋਟ ਕੀਤਾ ਜਾਏਗਾ ਔਰ ਵਿਲੇਜ ਇੰਡਸਟਰੀ ਤੇ ਜ਼ੋਰ ਦਿੱਤਾ ਜਾਏਗਾ, ਪਿੰਡੂ ਕਾਰਖਾਨਿਆਂ ਤੇ, ਨਾ ਕਿ ਵੱਡਿਆਂ ਕਾਰਖਾਨਿਆਂ ਤੇ, ਜਿਹਦੇ ਨਾਲ ਬੇਰੁਜ਼ਗਾਰੀ ਪੈਦਾ ਹੁੰਦੀ ਹੈ। ਲਖਨਊ ਤੋਂ ਬਾਅਦ ਬੇਟਾ ਅਗਲਾ ਸੈਸ਼ਨ ਕਾਂਗਰਸ ਦਾ ਹੋਇਆ ਫੈਜ਼ਪੁਰ 'ਚ ਦਸੰਬਰ 1936। ਜਿਹਦੇ 'ਚ ਉਹਨਾਂ ਨੇ ਮੰਗ ਰੱਖੀ ਕਿ ਹਿੰਦੁਸਤਾਨ ਦੇ ਵਿੱਚ ਸੰਵਿਧਾਨ ਬਣਾਉਣ ਦੇ ਲਈ ਇੱਕ ਕਨਸਟੀਚੁਐਂਟ ਅਸੈਂਬਲੀ ਦੀ ਸਥਾਪਨਾ ਕੀਤੀ ਜਾਏ, ਜਿਹੜੀ ਬਾਅਦ ਦੇ ਵਿੱਚ ਹੁੰਦੀ। ਤਾਂ ਜਾਨੀ ਉਹਦੀ ਮੰਗ ਕਿਹੜੇ ਸੈਸ਼ਨ 'ਚ ਆਉਂਦੀ ਹੈ? ਫੈਜ਼ਪੁਰ ਸੈਸ਼ਨ 'ਚ 1936 ਦਸੰਬਰ ਕਿ ਕਨਸਟੀਚੁਐਂਟ ਅਸੈਂਬਲੀ ਦੀ ਸਥਾਪਨਾ ਕੀਤੀ ਜਾਏ। ਔਰ ਵੀ ਬਹੁਤ ਸਾਰੇ ਫੈਸਲੇ ਕੀਤੇ ਗਏ ਕਿ ਜਿਹੜੇ ਨੇ ਕਿਸਾਨ ਸਭਾਵਾਂ ਨੂੰ ਰਿਕੋਗਨੀਸ਼ਨ ਦਿੱਤੀ ਜਾਏ, ਜਿਹੜੇ ਨਵੇਂ ਕੁਝ ਕਾਨੂੰਨ ਜਿਹੜੇ ਬਣੇ ਨੇ ਜਿਨ੍ਹਾਂ ਦੇ ਨਾਲ ਬਹੁਤ ਨੁਕਸਾਨ ਹੋ ਰਿਹਾ ਵਾਪਸ ਲੱਤੇ ਜਾਣ, ਜਿਹੜੇ ਟੈਕਸਿਸ ਲਗਾਏ ਗਏ ਨੇ ਉਹਨਾਂ 'ਚ 50% ਕਟੌਤੀ ਕੀਤੀ ਜਾਏ, ਤਾਲੁਕਦਾਰੀ ਸਿਸਟਮ ਖਤਮ ਕੀਤਾ ਜਾਏ, ਜ਼ਮੀਨਦਾਰੀ ਸਿਸਟਮ ਜਿਹੜਾ ਹੈਗਾ ਉਹ ਖਤਮ ਕੀਤਾ ਜਾਏ। तो इस तरीके ਦੇ ਬਹੁਤ ਸਾਰੀਆਂ ਗੱਲਾਂ ਵੀ ਇਹਦੇ ਵਿੱਚ ਫਰਦਰ ਕੀਤੀਆਂ ਗਈਆਂ। ਔਰ ਵੱਡੇ ਪੱਧਰ ਦੇ ਉੱਤੇ ਲੋਕ ਸੰਪਰਕ ਅਭਿਆਨ ਜਿਹੜਾ ਉਹਨਾਂ ਨੇ ਚਲਾਇਆ ਸੀ ਉਹ ਵੀ ਇਸ ਦੌਰਾਨ ਕੰਪਲੀਟ ਹੋ ਚੁੱਕਾ ਸੀ। ਯਾਨੀ ਤੁਸੀਂ ਕਹਿ ਸਕਦੇ ਹੋ ਕਿ ਕਾਂਗਰਸ 1937 ਦੇ ਚੋਣਾਂ ਦੇ ਲਈ ਆਲਮੋਸਟ ਤਿਆਰ ਹੋ ਚੁੱਕੀ ਸੀ। ਨੈਕਸਟ ਆ ਗਿਆ ਬੇਟਾ, ਜਦੋਂ ਅਸੀਂ ਦੇਖਦੇ ਹਾਂ ਕਿ ਮੈਨੀਫੈਸਟੋ ਜਾਰੀ ਹੁੰਦਾ ਤੇ ਅਸੀਂ ਆਪਣੇ ਕੈਂਡੀਡੇਟ ਚੁਣਦੇ ਹਾਂ ਜਿਨ੍ਹਾਂ ਨੇ ਇਲੈਕਸ਼ਨ ਲੜਨਾ ਹੁੰਦਾ ਹੈ। ਤੇ ਜਦੋਂ ਸੀਟਾਂ ਵੰਡੀਆਂ ਜਾਂਦੀਆਂ, ਟਿਕਟਾਂ ਵੰਡੀਆਂ ਜਾਂਦੀਆਂ ਤੇ ਝਗੜੇ ਵੀ ਹੁੰਦੇ ਆ ਵੀ ਇੱਥੋਂ ਮੈਂ ਇਲੈਕਸ਼ਨ ਲੜਨਾ ਸੀ, ਉਹ ਕਹਿੰਦਾ ਇੱਥੋਂ ਇਹਨੇ ਲੜਨਾ ਸੀਗਾ, ਤੇ ਆਪਸ ਦੇ ਵਿੱਚ ਡਿਸਪਿਊਟ ਵੀ ਹੁੰਦੇ ਆ। ਔਰ ਜਦੋਂ ਅਸੀਂ ਟਿਕਟਾਂ ਵੰਡਦੇ ਹਾਂ
ਤਾਂ ਬੇਟਾ ਅਸੀਂ ਇਹ ਵੀ ਦੇਖਦੇ ਹਾਂ ਵੀ ਇੱਥੋਂ ਜੱਟ ਜਿੱਤੂਗਾ ਕਿ ਇੱਥੋਂ ਕਿਸਾਨ ਜਿੱਤੂਗਾ ਕਿ ਇੱਥੋਂ ਵਪਾਰੀ ਜਿੱਤੂਗਾ, ਇੱਥੋਂ ਹਿੰਦੂ ਜਿੱਤੂਗਾ, ਇੱਥੋਂ ਮੁਸਲਿਮ ਜਿੱਤੂਗਾ, ਇੱਥੋਂ ਫਲਾਨੀ ਜਾਤ ਦਾ ਜਿੱਤੂਗਾ, ਜਾਂ ਇੱਥੋਂ ਇਹ ਬੰਦਾ ਜ਼ਿਆਦਾ ਪ੍ਰਭਾਵ ਰੱਖਦਾ ਇਹ ਜਿੱਤੂਗਾ। ਤਾਂ ਜਾਣੀ ਉਹ ਜੋ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਜਦੋਂ ਉਸ ਵੇਲੇ ਵੀ ਇਲੈਕਸ਼ਨ ਹੋਏ ਤਾਂ ਇਹ ਉਦੋਂ ਵੀ ਉਭਰੀਆਂ। ਇਹ ਵੱਖਰੀ ਗੱਲ ਹੈ ਕਿ ਉਸ ਵੇਲੇ ਲੋਕਾਂ ਦੇ ਕਿਰਦਾਰ ਬਹੁਤ ਉੱਚੇ ਸਨ, ਇਸ ਕਰਕੇ ਚੀਜ਼ਾਂ ਬਹੁਤ ਜ਼ਿਆਦਾ ਡੋਮੀਨੇਟ ਨਹੀਂ ਕੀਤੀਆਂ, ਲੇਕਿਨ ਇਹ ਗੱਲਾਂ ਸਾਰੀਆਂ ਡਿਸਕਸ਼ਨ ਵਿੱਚ ਆਈਆਂ ਵੀ ਇੱਥੇ ਪਾਰਟਿਕੂਲਰ ਕਾਸਟ ਦੀ ਵੋਟਾਂ ਜ਼ਿਆਦਾ ਹੈ, ਇਸ ਕਰਕੇ ਉਸ ਕੈਟਾਗਰੀ ਦਾ ਬੰਦਾ ਖੜਾ ਕਰੋ। ਔਰ ਕਈਆਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਵੀ ਕਾਂਗਰਸ ਦੇ ਵਿੱਚ ਇਹਨਾਂ ਦੀ ਚਰਚਾ ਨਹੀਂ ਹੋਣੀ ਚਾਹੀਦੀ, ਵੀ ਸਾਡੀ ਕਾਂਗਰਸ ਦੇ ਵਿੱਚ ਜਾਤ ਪਾਤ ਦੀ ਚਰਚਾ ਨਹੀਂ ਹੋਣੀ ਚਾਹੀਦੀ, ਅਸੀਂ ਤਾਂ ਇਹਨਾਂ ਚੀਜ਼ਾਂ ਤੋਂ ਉੱਤੇ ਹਾਂ, ਸਾਡੇ ਅਛੂਤ ਪ੍ਰਣਾਲੀ ਤੋਂ ਅਸੀਂ ਖਤਮ ਕਰਨ ਦੀ ਗੱਲ ਕਰਦੇ ਹਾਂ ਤੇ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਣਾ। तो सारिया गल्लां होईयां। जिवें एग्जाम्पल के तौर के उत्ते राजेंद्र प्रसाद ने एक लैटर लिखी कि बड़े मनु निराशा हो रही है भी कांग्रेस दे विच भी ये सब कुछ हो रहा, उन्होंने करना पै रहा। और सानू सिर्फ ये उद्देश्य ध्यान च रखना पै रहा है कि असीं जितना किदां। वो कहता नहीं भुलना चाहिए कि जिहड़ी कांग्रेस है वो सारियां जातां जमातां दी संस्था है, किसी एक दे नाल संबंधित नहीं है। और जिहड़े बड़े बड़े लीडर सीगे उन्हां विच भी डिफरेंसिस कई बारी आए। एग्जाम्पल के तौर पर बेटा जदों बॉम्बे दे विच चोण होनी सी तो एक पासे KF नरीमान सी, दूजे पासे वल्लभ भाई पटेल, मैं इन्हां विचों किहनूं चुनिए। ऐसे बेटे एक होर एग्जाम्पल है आंध्रा दे विच NG रंगा, उन्होंने प्लैज किया भी एक अलग प्लैज सानू करनी चाहिए है। और वो प्लैज की सीगी कि असीं सिर्फ किसानां लई काम करांगे, क्योंकि उत्थे किसान पॉलिटिक्स या किसान वोट का एक प्रभाव हो सकता है। तो जानी इलैक्शनस आर इलैक्शनस कहने का मतलब ਉਹਦੇ ਤੋਂ ਤੁਸੀਂ ਉਹ ਜਿਹੜੀਆਂ ਗਰਾਊਂਡ ਰਿਐਲਿਟੀਜ਼ ਨੇ, ਜੋ ਜ਼ਮੀਨੀ ਪੱਧਰ ਦੀਆਂ ਸੱਚਾਈਆਂ ਨੇ, ਤੁਸੀਂ ਉਹਨਾਂ ਤੋਂ ਮੂੰਹ ਨਹੀਂ ਮੋੜ ਸਕਦੇ। ਬਾਕੀ ਕਾਂਗਰਸ ਦੇ ਲੀਡਰਾਂ ਨੇ ਬੇਟਾ ਉਹ ਸਹੁੰ ਪੱਤਰ ਤੇ ਸਾਈਨ ਕਰ ਦਿੱਤੇ, ਬਟ ਵੱਲਭ ਭਾਈ ਪਟੇਲ ਰਿਫਿਊਜ਼ਡ ਟੂ ਸਾਈਨ। ਉਹਨਾਂ ਨੇ ਸਾਈਨ ਕਰਨ ਤੋਂ ਮਨਾ ਕਰਤਾ ਕਿ ਇਹ ਗਲਤ ਆ ਕੰਮ, ਮੈਂ ਇਹ ਕੰਮ ਨਹੀਂ ਕਰਨਾ। ਔਰ ਕਿਉਂਕਿ ਵੱਲਭ ਭਾਈ ਪਟੇਲ ਇੱਕ ਬਹੁਤ ਵੱਡੇ ਲੀਡਰ ਸੀ, इस करके जो उन्होंने जिद की कि ये गल ठीक नहीं है तो ईवन NG रंगा नूं अपना जिहड़ा सौं पत्तर सीगा वो वापस लेना पिया। तो क्योंकि उन्होंने बेटा जिहड़े किरदार सी, उन्होंने जिहड़ियां वैल्यू सिस्टम सीगियां वो बहुत हाई सी। और उस तो बाद बेटा असीं सारे देखते हैं कि जिहड़ी कंपेन सीगी वो बहुत ज़बरदस्त चली। ईवन पंडित जवाहरलाल नेहरू ने लगभग पूरा हिंदुस्तान जिहड़ा हैगा वो टूर किया और अपनी जिहड़ी है कांग्रेस मैनीफेस्टो के हक दे विच प्रचार किया। हालांकि कई प्रांतां दे विच जिहड़ियां लोकल संस्थावां सीगियां वो भी बड़ियां पॉपुलर सी, जिवें मद्रास दे विच असीं नाम नोट किया जस्टिस पार्टी, बंगाल दे विच प्रजा कृषक पार्टी, ऐदे पंजाब दे विच बेटा यूनियनिस्ट पार्टी सिकंदर हयात खान दे असीं बाद च पढ़ांगे। पंजाब दे विच मुस्लिम लीग नूं लोकां ने वोटां नहीं सी पाईयां, यूनियनिस्ट पार्टी नूं पाईयां सी। सिंध दे विच मुस्लिम लीग स्ट्रोंग सी। तो बेटा इन्हां दे मुताबिक इलैक्शनां होईयां। तो असीं इलैक्शनां दे विच की देखदे हां, ग्यारह स्टेटां च जिहड़ियां इलैक्शनां होईयां उन्हां च मेजोरिटी दे विच बेटा जिहड़ी कांग्रेस है उस नूं जित प्राप्त होई। यूपी दे विच 228 चों कांग्रेस ने 134 जित्तियां, बिहार च 152 चो 95, मद्रास 215 दे विचों 159, सेंट्रल प्रोविंस दे विचों 112 चो 70, उड़ीसा च 60 चो 36, बॉम्बे दे विच बेटा 175 चो 87। ये मैं तुहानूं WhatsApp ग्रुप के उत्ते भी डाटा पा देंगा ताकि तुसीं सारे उहदे चों नोट डाउन कर सकें। बंगाल च 250 दे विचों उहनूं सिर्फ 60 मिलियां, सिंध च 60 चो 8 मिलियां, असाम च 108 दे विचों 35, नॉर्थ वैसट फ्रंटियर जिहड़ा प्रोविंस सीगा 50 चो 19, पंजाब दे विच 175 चो 18।
ਤਾਂ ਪੰਜਾਬ ਤੇ ਸਿੰਧ ਦੇ ਵਿੱਚ ਜਿਹੜੀ ਉਹਦੀ ਪਰਫਾਰਮੈਂਸ ਸੀ ਉਹ ਕਮਜ਼ੋਰ ਸੀ, ਜਦ ਕਿ ਬੰਗਾਲ, ਨਾਰਥ ਵੈਸਟ ਫਰੰਟੀਅਰ ਪਾਕਿਸਤਾਨ, ਅਸਾਮ, ਬੰਬੇ ਉਹਨਾਂ 'ਚ ਜ਼ਿਆਦਾ ਮਜ਼ਬੂਤੀ ਨਾਲ ਉਭਰੀ ਸੀ, ਔਰ ਜਿਹੜੇ ਉੱਪਰਲੀਆਂ ਪ੍ਰੋਵਿੰਸਿਸ ਨੇ ਯੂਪੀ, ਬਿਹਾਰ, ਮਦਰਾਸ, ਉਹਦੇ 'ਚ ਕਾਫੀ ਮਜ਼ਬੂਤੀ ਦੇ ਨਾਲ ਉਭਰੀ ਸੀ। ਜਿਹੜੀਆਂ ਮਜ਼ਦੂਰਾਂ ਦੀਆਂ 38 ਸੀਟਾਂ ਸੀਗੀਆਂ ਉਹਨਾਂ 'ਚ ਕਾਂਗਰਸ ਨੇ 20 ਤੇ ਇਲੈਕਸ਼ਨ ਲੜਿਆ ਤੇ 18 ਜਿੱਤੀਆਂ। ਇੱਦਾਂ ਹੀ ਬੇਟਾ ਜਿਹੜੀਆਂ ਮੁਸਲਮਾਨਾਂ ਦੀਆਂ 482 ਸੀਟਾਂ ਰਿਜ਼ਰਵ ਕੀਤੀਆਂ ਗਈਆਂ ਉਹਦੇ 'ਚ 58 ਸੀਟਾਂ ਤੇ ਉਹਨੇ ਇਲੈਕਸ਼ਨ ਲੜਿਆ ਤੇ 26 ਸੀਟਾਂ ਜਿੱਤੀਆਂ। ਕਮਰਸ ਇੰਡਸਟਰੀ ਵਪਾਰੀਆਂ ਲਈ ਜਿਹੜੀਆਂ 56 ਸੀਟਾਂ ਸੀ ਉਹਦੇ 'ਚ ਉਹਨੇ 8 ਦੇ ਉੱਤੇ ਇਲੈਕਸ਼ਨਸ ਲੜੇ ਔਰ 3 ਜਿੱਤੇ। ਤੁਸੀਂ ਕਹੋਗੇ ਵੀ ਇੰਨੇ ਘੱਟ ਕਿਉਂ ਲੜੇ? ਕਿਉਂਕਿ ਉਹ ਬੇਸਿਕਲੀ ਜਿਸ ਕੈਟਾਗਰੀ ਦੇ ਲਈ ਡਿਮੋਟ ਸੀਗਾ ਉਹਨਾਂ ਨਾਲ ਉਹਨਾਂ ਦੇ ਅਲਾਈਅੰਸਿਸ ਸੀਗੇ ਤੇ ਉਹਨਾਂ ਨੂੰ ਸੀਟਾਂ ਅੱਗੋਂ ਵੰਡੀਆਂ ਜਾਂਦੀਆਂ ਸੀ। ਜਿੱਦਾਂ ਅਸੀਂ ਪੂਨਾ ਪੈਕਟ 'ਚ ਵੀ ਕਿਹਾ ਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੰਨੇ ਕੈਟਾਗਰੀ ਦੇ ਜਿਹੜੇ ਤੁਹਾਡੇ ਬੰਦੇ ਆ ਉਹਨਾਂ ਨੂੰ ਸੀਟਾਂ ਅਲੋਟ ਕਰਾਂਗੇ। ਇਹਦੇ ਲੈਂਡ ਹੋਲਡਰਸ ਦੇ ਵਿੱਚੋਂ 37 ਸੀਟਾਂ 'ਚੋਂ ਕਾਂਗਰਸ ਨੇ 8 ਦੇ ਉੱਤੇ ਇਲੈਕਸ਼ਨ ਲੜੇ ਔਰ 4 ਜਿੱਤੇ। ਪਰ ਓਵਰਆਲ ਜਿਹੜੀ ਹੈ ਕਾਂਗਰਸ ਦੀ ਜਿਹੜੀ ਮੈਜੋਰਿਟੀ ਜਿਹੜੀ ਹੈਗੀ ਹੈ ਉਹ ਐਸਟੈਬਲਿਸ਼ ਹੋਈ ਔਰ ਕਾਂਗਰਸ ਮੰਤਰੀ ਮੰਡਲਾਂ ਦੀ ਸਥਾਪਨਾ ਹੋਈ। ਔਰ ਇਸ ਦੇ ਦੌਰਾਨ ਜਿਹੜੇ ਉਹਨਾਂ ਦੇ ਮੰਤਰੀ ਬਣੇ ਉਹਨਾਂ ਦੇ ਬੇਟਾ ਨਾਮ ਨੋਟ ਕਰ ਲਓ, ਮੈਂ ਬੋਲ ਦਿੰਦਾ, ਤੁਸੀਂ ਬਾਕੀ ਮੈਨੂੰ ਵੀ WhatsApp ਗਰੁੱਪ 'ਚ ਪਾ ਦਿਆਂਗਾ, ਤੁਹਾਨੂੰ ਆਸਾਨੀ ਰਹੇਗੀ। ਬੰਬੇ ਦੇ ਵਿੱਚ BG ਖੇਰ, ਯੂਪੀ 'ਚ ਗੋਬਿੰਦ ਬੱਲਭ ਪੰਤ, ਮਦਰਾਸ C ਰਾਜਗੋਪਾਲਾਚਾਰਿਆ, ਉੜੀਸਾ 'ਚ ਹਰੇ ਕ੍ਰਿਸ਼ਨ ਮਹਿਤਾਬ, ਸੈਂਟਰਲ ਪ੍ਰੋਵਿੰਸ 'ਚ ਡਾਕਟਰ ਖਾਰੇ, ਬਿਹਾਰ 'ਚ ਸ਼੍ਰੀ ਕ੍ਰਿਸ਼ਨ ਸਿਨਹਾ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ 'ਚ ਡਾਕਟਰ ਖਾਨ ਸਾਹਿਬ। ਇਹ ਕਾਂਗਰਸ ਦੀਆਂ ਮਿਨਿਸਟਰੀਆਂ ਬੇਟਾ ਉਰੇ ਐਸਟੈਬਲਿਸ਼ ਹੋਈਆਂ, ਜਦ ਕਿ ਪੰਜਾਬ ਦੇ ਵਿੱਚ ਜਿਹੜੀ ਯੂਨੀਅਨਿਸਟ ਪਾਰਟੀ ਹੈ ਉਹਨਾਂ ਦੀਆਂ ਮਿਨਿਸਟਰੀਆਂ ਐਸਟੈਬਲਿਸ਼ ਹੋਈਆਂ। ਤਾਂ ਇਸ ਤਰੀਕੇ ਦੇ ਨਾਲ ਇਹ ਬੇਟਾ